ਜੇਕਰ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਦਰਾੜ ਪੈ ਗਈ, ਉਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ, ਤਾਂ ਜਿਹੜੀ ਜ਼ਿੰਦਗੀ ਹੈ ਜੀਣੀ ਔਖੀ ਹੋ ਜਾਂਦੀ ਹੈ। ਇਹਨਾਂ ਹਾਲਾਤਾਂ ਦੇ ਵਿੱਚ ਪਤੀ ਆਪਣੀ ਪਤਨੀ ਤੇ, ਹਸਬੈਂਡ ਆਪਣੀ ਵਾਈਫ ਤੇ ਕਿਹੜੇ ਕੇਸ ਕਰ ਸਕਦਾ ਹੈ ਤਾਂ ਜੋ ਪਤੀ ਤੇ ਪਤਨੀ ਤੇ ਇਸ ਗੱਲ ਦਾ ਪ੍ਰੈਸ਼ਰ ਪਵੇ, ਬੋਝ ਪਵੇ ਅਤੇ ਉਹ ਆਪਣੇ ਪਤੀ ਨਾਲ ਸਮਝੌਤਾ ਕਰਨ ਦੇ ਵਿੱਚ ਆ ਜਾਵੇ। ਅੱਜ ਮੈਂ ਇਹਨਾਂ ਕੇਸਾਂ ਦਾ ਜ਼ਿਕਰ ਕਰਾਂਗਾ, ਇਸ ਕਰਕੇ ਜਿਹੜੀ ਮੇਰੀ ਸਾਰੀ ਵੀਡੀਓ ਹੈ ਤੁਸੀਂ ਬੜੇ ਧਿਆਨ ਨਾਲ ਸੁਣਿਓ। ਕਿਹੜਾ ਕੇਸ ਤੁਹਾਡੇ ਲਈ ਕਦੋਂ ਕੰਮ ਕਰਦਾ ਹੈ ਇਹ ਤੁਹਾਨੂੰ ਸਾਰੀ ਵੀਡੀਓ ਸੁਣਨ ਤੋਂ ਬਾਅਦ ਹੀ ਪਤਾ ਲੱਗੇਗਾ। ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਜ਼ਰੂਰ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਵੀ ਕਰਿਓ। ਜਿਹੜਾ ਗ੍ਰਸਤੀ ਜੀਵਨ ਹੈ, ਵਿਆਹੁਤਾ ਜੀਵਨ ਹੈ ਜਿਹੜਾ, ਉਹ ਪ੍ਰੇਮ ਪਿਆਰ, ਵਿਸ਼ਵਾਸ ਅਤੇ ਭਰੋਸੇ ਨਾਲ ਚੱਲਦਾ ਹੈ। ਜਦੋਂ ਇਹ ਪ੍ਰੇਮ ਪਿਆਰ ਜਾਂ ਵਿਸ਼ਵਾਸ ਖਤਮ ਹੋ ਜਾਂਦਾ ਹੈ ਤਾਂ ਫਿਰ ਜਿਹੜੀ ਹੈ ਪਾਰਟੀਆਂ ਦੇ ਵਿੱਚ, ਧਿਰਾਂ ਦੇ ਵਿੱਚ, ਹਸਬੈਂਡ ਵਾਈਫ ਦੇ ਵਿੱਚ ਜਿਹੜੀ ਹੈ ਲਿਟੀਗੇਸ਼ਨ ਸਟਾਰਟ ਹੋ ਜਾਂਦੀ ਹੈ। ਇਸ ਕਰਕੇ ਕੋਸ਼ਿਸ਼ ਹਮੇਸ਼ਾ ਦੋਨਾਂ ਧਿਰਾਂ ਨੂੰ, ਪਤੀ ਪਤਨੀ ਨੂੰ ਇਹ ਕਰਨੀ ਚਾਹੀਦੀ ਹੈ ਕਿ ਆਪਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਉਹਨਾਂ ਦਾ ਗ੍ਰਸਤੀ ਜੀਵਨ ਜਿਹੜਾ ਹੈ ਉਹ ਚੱਲਦਾ ਰਹੇ। ਕਿਉਂ ਵਿਆਹੁਤਾ ਜੀਵਨ ਹੈ ਜਿਹੜਾ, ਵਿਆਹ ਹੈ ਇੱਕ ਬਹੁਤ ਸ਼ਾਨਦਾਰ ਚੀਜ਼ ਹੈ, ਬਸ਼ਰਤੇ ਉਹ ਆਪਸ ਦੇ ਵਿੱਚ ਜਿਹੜਾ ਹੈ ਪ੍ਰੇਮ ਪਿਆਰ ਨਾਲ ਉਸ ਨੂੰ ਚਲਾਉਂਦੇ ਰਹਿਣ। ਅਗਰ ਪਤੀ ਪਤਨੀ ਜਾਂ ਪਤੀ ਆਪਣਾ ਵਿਆਹੁਤਾ ਜੀਵਨ ਨਹੀਂ ਸੰਭਾਲ ਸਕਦੇ ਅਤੇ ਲਿਟੀਗੇਸ਼ਨ ਸਟਾਰਟ ਹੋ ਜਾਂਦੀ ਹੈ ਤਾਂ ਉਹਨਾਂ ਦੇ ਵਿੱਚ ਆਪਸੀ ਮਤਭੇਦ ਸ਼ੁਰੂ ਹੋ ਜਾਂਦੇ ਹਨ, ਤਾਂ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਕੜਵਾਹਟ ਪੈਦਾ ਹੋ ਜਾਂਦੀ ਹੈ ਅਤੇ ਉਹਨਾਂ ਦੀ ਜਿਹੜਾ ਹੈ ਵਕਤ, ਪੈਸਾ ਔਰ ਮਾਨਸਿਕ ਪਰੇਸ਼ਾਨੀ ਜਿਹੜੀ ਹੈ ਉਹ ਮਿਲ ਜਾਂਦੀ ਹੈ। ਵਕਤ ਬਰਬਾਦ ਹੁੰਦਾ ਹੈ, ਪੈਸਾ ਬਰਬਾਦ ਹੁੰਦਾ ਹੈ। ਇਸ ਕਰਕੇ ਕੋਸ਼ਿਸ਼ ਕਰੋ ਵੀ ਆਪਣੇ ਵਿਆਹੁਤਾ ਜੀਵਨ ਨੂੰ ਸੰਭਾਲ ਕੇ ਰੱਖੋ। ਇਹ ਜੀਵਨ ਬਹੁਤ ਇੰਪੋਰਟੈਂਟ ਹੈ, ਇਸ ਨੂੰ ਐਵੇਂ ਲੜਾਈਆਂ ਝਗੜਿਆਂ ਦੇ ਵਿੱਚ ਵਿਅਰਥ ਨਾ ਗਵਾਓ, ਪਿਆਰ ਨਾਲ ਇਸ ਜੀਵਨ ਨੂੰ ਬਤੀਤ ਕਰਦੇ ਚਲੇ ਜਾਓ। ਇਹ ਬਹੁਤ ਜ਼ਰੂਰੀ ਹੈ। ਜਿਹੜੀ ਅੱਜ ਮੈਂ ਸਾਰਿਆਂ ਨਾਲੋਂ ਪਹਿਲਾਂ ਗੱਲ ਕਰਾਂਗਾ, ਜਦੋਂ ਪਤਨੀ ਰੁੱਸ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਅਤੇ ਪਤੀ ਉਸ ਨੂੰ ਬਾਰ-ਬਾਰ ਫੋਨ ਕਰਦਾ ਹੈ, ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ, ਪਤਨੀ ਜਿਹੜੀ ਹੈ ਉਸ ਦੇ ਫੋਨਾਂ ਦਾ ਜਵਾਬ ਨਹੀਂ ਦਿੰਦੀ ਅਤੇ ਫਿਰ ਉਸ ਦੇ ਅੰਦਰ ਇੱਕ ਮਾਨਸਿਕ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਕਿ ਮੇਰੀ ਪਤਨੀ ਮੇਰੇ ਨਾਲ ਨਾਰਾਜ਼ ਹੋ ਕੇ ਚਲੇਗੀ, ਪਤਾ ਨਹੀਂ ਆਉਂਦੀ ਹੈ ਨਹੀਂ ਆਉਂਦੀ, ਕਿਹੜਾ ਕੇਸ ਕਰੇਗੀ ਅਤੇ ਮੇਰੇ ਲਈ ਕੀ ਪ੍ਰੋਬਲਮ ਕ੍ਰੀਏਟ ਕਰੇਗੀ। ਇਹ ਜਿਹੜੇ ਹੈ ਸਵਾਲ ਸੁਭਾਵਿਕ ਹੀ ਆ ਜਾਂਦੇ ਹੈ, ਕਿਉਂਕਿ ਸਮਾਜ ਦੇ ਵਿੱਚ ਚਾਰੇ ਪਾਸੇ ਇਹੀ ਗੱਲਾਂ ਚੱਲਦੀਆਂ ਰਹਿੰਦੀਆਂ ਹਨ ਅਤੇ ਉਸ ਪਤੀ ਨੂੰ ਬਹੁਤ ਸਾਰੇ ਸਲਾਹ ਦੇਣ ਵਾਲੇ ਮਿਲ ਜਾਂਦੇ ਹਨ ਅਤੇ ਪਤੀ ਕੋਸ਼ਿਸ਼ ਕਰਦਾ ਹੈ ਵੀ ਪਹਿਲਾਂ ਮੈਂ ਜਿਹੜਾ ਉਸ ਦੇ ਵਿਰੁੱਧ ਵਸਾਉਣ ਦਾ ਕੇਸ, ਜਿਹਨੂੰ ਅਸੀਂ ਕਹਿੰਦੇ ਹਾਂ ਧਾਰਾ 9 ਹਿੰਦੂ ਮੈਰਿਜ ਐਕਟ ਦੇ ਤਹਿਤ ਕਰਨ ਵਾਸਤੇ ਕਈ ਸਲਾਹ ਦਿੰਦੇ ਹਨ, ਪਰ ਜਿਹੜੀ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਉਹ ਇਹ ਹੈ ਕਿ ਧਾਰਾ 9 ਦਾ ਕੇਸ ਜਲਦਬਾਜ਼ੀ ਵਿੱਚ ਕਦੇ ਨਾ ਕਰਿਓ। ਇਸ ਦੇ ਨਾਲ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ, ਕਿਉਂ ਜਦੋਂ ਵੀ ਤੁਸੀਂ ਧਾਰਾ 9 ਦਾ ਕੇਸ ਕਰੋਗੇ ਤਾਂ ਉਸ ਨਾਲ ਜਿਹੜੀ ਹੈ ਪਤਨੀ ਚੌਕਸ ਹੋ ਜਾਏਗੀ ਅਤੇ ਉਹਦੇ ਚੌਕਸ ਹੋਣ ਦੇ ਨਾਲ ਉਹ ਤੁਹਾਡੇ ਤੇ ਹੋ ਸਕਦਾ ਹੈ ਲਿਟੀਗੇਸ਼ਨ ਦੇ ਕਈ ਕੇਸ ਕਰ ਦੇਵੇ। ਖਰਚੇ ਦਾ ਕੇਸ ਕਰ ਸਕਦੀ ਹੈ, ਦਾਜ ਦਹੇਜ ਦਾ ਕੇਸ ਕਰ ਸਕਦੀ ਹੈ, ਡੋਮੈਸਟਿਕ ਵਾਇਲੈਂਸ ਦਾ ਕੇਸ ਕਰ ਸਕਦੀ ਹੈ। ਕਿਉਂ ਪਤਨੀ ਨੂੰ ਬਹੁਤ ਅਧਿਕਾਰ ਮਿਲੇ ਹੋਏ ਹਨ, ਜਿਸ ਕਰਕੇ ਉਹ ਕੋਰਟ ਦੇ ਵਿੱਚ ਕੇਸ ਕਰ ਸਕਦੀ ਹੈ। ਇਸ ਕਰਕੇ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਹੈ ਧਾਰਾ 9 ਦਾ ਜਾਂ ਵਸਾਉਣ ਦਾ ਕੇਸ ਕਦੇ ਨਾ ਕਰਿਓ। ਇੱਥੇ ਤੁਸੀਂ ਇੱਕ ਕੋਸ਼ਿਸ਼ ਕਰ ਸਕਦੇ ਹੋ, ਜੇਕਰ ਤੁਹਾਡੇ ਪਤੀ ਔਰ ਪਤਨੀ ਦੇ ਆਪਸ ਦੇ ਵਿੱਚ ਬਹੁਤ ਸੰਬੰਧ ਜਿਹੜੇ ਹੈ ਵਿਗਾੜ ਨਹੀਂ ਪੈਦਾ ਹੋਇਆ ਤਾਂ ਉਸ ਵੇਲੇ ਤੁਸੀਂ ਇੱਕ ਛੋਟੀ ਜਿਹੀ ਲੈਟਰ ਜਿਹਦੇ ਵਿੱਚ ਆਪਣਾ ਪਿਆਰ ਇਜ਼ਹਾਰ ਕਰੋ ਅਤੇ ਨਾਲ ਹੀ ਉਸ ਨੂੰ ਇਹ ਕਹੋ ਵੀ ਇੰਨੀ ਗੱਲ ਤਾਂ ਹੈ ਨਹੀਂ ਸੀ ਜਿਹੜਾ ਤੂੰ ਲੜ ਕੇ ਆਪਣੇ ਪੇਕੇ ਘਰ ਚਲੀ ਗਈ ਹੈ, ਇਸ ਕਰਕੇ ਫਲਾਣੀ ਤਰੀਕ ਨੂੰ ਮੈਂ ਤੈਨੂੰ ਲੈਣ ਆ ਰਿਹਾ ਹਾਂ। ਫਿਰ ਉਸ ਦਾ ਰਿਸਪੌਂਸ ਦੇਖੋ। ਇਹ ਜਿਹੜੀ ਤੁਸੀਂ ਲੈਟਰ ਭੇਜਣੀ ਹੈ ਇਹ ਈਮੇਲ 'ਤੇ ਭੇਜੋ ਜਾਂ ਰਜਿਸਟਰਡ ਪੋਸਟ ਰਾਹੀਂ ਭੇਜੋ, ਤਾਂ ਜੋ ਤੁਹਾਡੇ ਕੋਲ ਸਬੂਤ ਹੋਵੇ ਇਸ ਗੱਲ ਦਾ ਕਿ ਤੁਸੀਂ ਇਹ ਲੈਟਰ ਪੋਸਟ ਕੀਤੀ ਹੈ। ਉਸ ਲੈਟਰ ਪੋਸਟ ਕਰਨ ਤੋਂ ਬਾਅਦ ਉਸ ਦਾ ਇੰਤਜ਼ਾਰ ਕਰੋ। ਦਫਾ 9 ਦਾ ਕੇਸ ਕਦੇ ਵੀ ਨਾ ਕਰਿਓ, ਇਹਦੇ ਨਾਲ ਤੁਹਾਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਇਹ ਜਿਹੜੀ ਤੁਸੀਂ ਲੈਟਰ ਲਿਖੋਗੇ, ਇਹ ਚਿੱਠੀ ਲਿਖੋਗੇ, ਅਗਰ ਪਤਨੀ ਫਿਊਚਰ ਦੇ ਵਿੱਚ ਕੋਈ ਵੀ ਤੁਹਾਡੇ ਖਿਲਾਫ ਕੇਸ ਕਰਦੀ ਹੈ ਤਾਂ ਇਹ ਚਿੱਠੀ ਤੁਹਾਨੂੰ ਰਾਮਬਾਣ ਦਾ ਕੰਮ ਕਰੇਗੀ। ਇਹ ਤੁਹਾਡੇ ਵਾਸਤੇ, ਤੁਹਾਡੇ ਕੋਲ ਇੱਕ ਬ੍ਰਹਮ ਅਸਤਰ ਹੋਏਗਾ। ਇਸ ਕਰਕੇ ਇਸ ਚਿੱਠੀ ਨੂੰ ਸੰਭਾਲ ਕੇ ਰੱਖਿਓ ਤਾਂ ਜੋ ਅਤੇ ਨਾਲ ਹੀ ਹੋਰ ਸਾਰੀਆਂ ਗੱਲਾਂ ਨੋਟ ਕਰਿਓ। ਜਿਸ ਦਿਨ ਤੁਸੀਂ ਪਤਨੀ ਨੂੰ ਲੈਣ ਗਏ, ਜਿਸ ਦਿਨ ਤੁਸੀਂ ਫੋਨ ਕੀਤਾ, ਇਹਨਾਂ ਸਾਰੀਆਂ ਗੱਲਾਂ ਨੂੰ ਵੀ ਮੈਂ ਤਾਂ ਪਤਨੀ ਨੂੰ ਆਪਣੀ ਨੂੰ ਵਿਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਤਨੀ ਮੇਰੇ ਤੋਂ ਬਿਨਾਂ ਕਾਰਨ ਆਪਣੇ ਪੇਕੇ ਘਰ ਬੈਠ ਕੇ ਚਲੀ। ਜਦੋਂ ਪਤਨੀ ਤੁਹਾਡੇ ਕੋਲ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਰਹਿੰਦੀ ਹੈ ਤਾਂ ਪਤੀ ਨੂੰ ਇਹ ਚਾਹੀਦਾ ਹੈ ਕਿ ਉਸ ਦਾ ਵਤੀਰਾ ਨੋਟ ਕਰੇ।
ਜਦੋਂ ਪਤੀ ਉਸਦੇ ਵਤੀਰੇ ਨੂੰ ਨੋਟ ਕਰੇਗਾ, ਉਹ ਦੇਖੇਗਾ ਕਿ ਉਸਦੀ ਪਤਨੀ ਦੇ ਅੰਦਰ, ਸੁਭਾਅ ਦੇ ਅੰਦਰ ਥੋੜ੍ਹਾ ਜਿਹਾ ਫਰਕ ਪੈਣਾ ਸ਼ੁਰੂ ਹੋ ਗਿਆ। ਜਦੋਂ ਪਤਨੀ ਦੇ ਅੰਦਰ ਪਿਆਰ ਘਟਦਾ ਹੈ ਜਾਂ ਉਸਦੇ ਵਤੀਰੇ ਦੇ ਅੰਦਰ ਜ਼ਰੂਰ ਫਰਕ ਆਏਗਾ, ਉਸਦੇ ਚਿਹਰੇ ਦੇ ਹਾਵ ਭਾਵ ਦੱਸ ਦੇਣਗੇ ਵੀ ਇਸ ਦੇ ਮਨ ਦੇ ਵਿੱਚ ਮੇਰੇ ਪ੍ਰਤੀ ਜਿਹੜੀ ਹੈ ਉਹ ਨਾਰਾਜ਼ਗੀ ਸ਼ੁਰੂ ਹੋ ਗਈ ਹੈ। ਕਈਆਂ ਵਾਰੀ ਉਹਨਾਂ ਦਾ, ਪਤਨੀਆਂ ਦਾ ਬਿਹੇਵੀਅਰ ਇੱਦਾਂ ਦਾ ਹੁੰਦਾ ਹੈ ਕਿ ਤੁਸੀਂ ਉਸ ਗੱਲ ਤੋਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ, ਪਰ ਫਿਰ ਵੀ ਅਗਰ ਪਤੀ ਚੌਕਸ ਹੈ ਔਰ ਕੌਨਸ਼ੀਅਸ ਹੈ ਤਾਂ ਇਸ ਗੱਲ ਦਾ, ਹਾਲਾਤ ਦਾ ਅੰਦਾਜ਼ਾ ਜ਼ਰੂਰ ਲਗਾ ਲਏਗਾ ਕਿ ਪਤਨੀ ਉਸ ਦੇ ਨਾਲ ਨਾਰਾਜ਼ ਹੈ। ਪਤਨੀ ਦਾ ਬਿਹੇਵੀਅਰ ਨੋਟ ਕਰੋ ਕਿ ਘਰ ਦੇ ਵਿੱਚ ਜਿਵੇਂ ਹੈ, ਉਹ ਜਦੋਂ ਫੋਨ ਕਿਸੇ ਦਾ ਆਉਂਦਾ ਹੈ ਤਾਂ ਇਕੱਲੀ ਵੱਖਰੇ ਕਮਰੇ ਦੇ ਵਿੱਚ ਬੈਠ ਕੇ ਜਾ ਕੇ ਸੁਣਦੀ ਹੈ। ਜੇ ਤੁਸੀਂ ਪਰਿਵਾਰ ਦੇ ਮੈਂਬਰ ਇੱਕ ਕਮਰੇ ਵਿੱਚ ਬੈਠੇ ਹੋ ਤੇ ਪਤਨੀ ਜਿਹੜੀ ਹੈ ਤੁਹਾਡੇ ਕੋਲ ਨਹੀਂ ਆਉਂਦੀ, ਅਤੇ ਜਦੋਂ ਉਸਦੇ ਪੇਕੇ ਪਰਿਵਾਰ ਵੱਲੋਂ ਕੋਈ ਮਿਲਣ ਵਾਸਤੇ ਆਉਂਦਾ ਹੈ, ਉਸਦੇ ਮਾਂ-ਬਾਪ ਜਾਂ ਭੈਣ ਭਰਾਵਾਂ ਦੇ ਜਾਂ ਭਰਜਾਈ ਦੇ ਵਿੱਚੋਂ ਕੋਈ ਮਿਲਣ ਆਉਂਦਾ ਹੈ, ਤਾਂ ਉਸਦਾ ਜਿਹੜਾ ਹੈ ਵਤੀਰਾ ਨੋਟ ਕਰੋ, ਜਿਸ ਤੋਂ ਇਹ ਤੁਹਾਨੂੰ ਅੰਦਾਜ਼ਾ ਲੱਗ ਜਾਏਗਾ ਕਿ ਪਤਨੀ ਹੈ ਜਿਹੜੀ ਹੁਣ ਮੇਰੇ ਨਾਲ ਨਾਰਾਜ਼ ਹੈ ਅਤੇ ਉਹ ਮੇਰੇ ਨਾਲੋਂ ਜਿਹੜਾ ਉਸਦਾ ਰਿਸ਼ਤਾ ਹੈ ਜਾਂ ਉਹ ਹੈ ਅਣਬਣ ਦਾ ਸ਼ੁਰੂ ਹੋ ਗਿਆ। ਹਾਂ, ਉਸ ਵੇਲੇ ਤੁਸੀਂ ਕਿਹੜੀ ਜਿਹੜੀ ਕਾਰਵਾਈ ਕਰ ਸਕਦੇ ਹੋ, ਲੇਕਿਨ ਉਹ ਕਾਰਵਾਈ ਕਰਨ ਤੋਂ ਪਹਿਲਾਂ ਆਪਣੇ ਮਨ ਦੇ ਅੰਦਰ ਪੂਰਾ ਇਹ ਭਲੀ ਪ੍ਰਕਾਰ श्योर कर लियो कि पत्नी नाराज़ है अते ये हुण मेरे खिलाफ कोई ना कोई कार्रवाई जरूर करेगी जां उठ के पेके जाके बैठ जाएगी, फिर इसने आना नहीं। उस दियां हरकतां तो हर गल का अंदाज़ा ला सकदा है। मान लो जे पत्नी पेके घर जाती है और अपने नाल समान ज़्यादा लैके जाती है ਅਤੇ ਜਦੋਂ वापस आती है तो उसके कोल जिहड़ा है समान घट होंदा है। इसका मतलब है उन्हें इत्थों समान तुहाडा जिहड़ा है अपना ले जाना शुरू कर दिता अते हुण वो तुहाडे खिलाफ कोई ना कोई कार्रवाई जरूर करेगी। कदे भी जदों भी तुसी कोई कार्रवाई करनी है तो अपने मन दे विच अपने हालातां दे विच भली प्रकार सोच लियो कि तुसी हुण अगे की करना है। दो गल्लां हुंदियां ने, जां तां तुसी नाल रहना है ਤਾਂ ਤੁਹਾਨੂੰ ਉਹਦੀ ਹੈ ਰਿਸ਼ਤਿਆਂ ਦੇ ਵਿੱਚ ਕੜਵਾਹਟ ਜ਼ਿਆਦਾ ਪੈਦਾ ਨਾ ਹੋਵੇ, ਤਾਂ ਉਸ ਨੂੰ ਪ੍ਰੇਮ ਨਾਲ ਹੈ ਜਿਹੜਾ ਤੁਹਾਨੂੰ ਦਰਾੜ ਨੂੰ ਭਰਨਾ ਹੁੰਦਾ ਹੈ। ਐਸੀ ਕੋਈ ਗੱਲ ਨਹੀਂ ਹੈਗੀ, ਸਾਰੀਆਂ ਦਰਾੜਾਂ ਭਰੀਆਂ ਜਾ ਸਕਦੀਆਂ ਨੇ, ਪਿਆਰ ਨਾਲ ਉਸ ਦਰਾੜ ਨੂੰ ਭਰੋ। ਜੇ ਤੁਸੀਂ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਿਆ ਹੈ ਵੀ ਹੁਣ ਅਸੀਂ ਇਕੱਠੇ ਨਹੀਂ ਰਹਿ ਸਕਦੇ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਹੀ ਆਪਣੇ ਵੱਲੋਂ ਕਾਰਵਾਈ ਸ਼ੁਰੂ ਕਰਿਓ। कार्रवाई शुरू करन तो पहला भली प्रकार सोच लियो भी मैं जो कार्रवाई कर रहा अपनी मर्जी नाल कर रहा तो ये कॉन्सीक्वेंसिस है जे मैं उन्होंने पूरी तरह उन्होंने नजिठांगा। जिहड़ा सारे नालों पहला केस है जिहड़ा पति अपनी पत्नी ते कर सकता है या अपने माँ बाप तो करवा सकता है, वो है सीनियर सिटीजन एक्ट के तहत एक कानून बनया है, वैलफेयर ऑफ पेरेंट्स एंड सीनियर सिटीजन एक्ट्स। उहदे तहत अगर तुहाडी घरवाली ਤੁਹਾਡੇ ਮਾਂ-ਬਾਪ ਨੂੰ ਘਰੋਂ ਕੱਢਣਾ ਚਾਹੁੰਦੀ ਹੈ ਤੇ ਉਹਨਾਂ ਨਾਲ ਗੱਲ-ਗੱਲ ਤੇ ਝਗੜਾ ਕਰਦੀ ਹੈ ਅਤੇ ਤਾਨੇ ਮਿਹਣੇ ਵੀ ਮਾਰਦੀ ਹੈ ਜਾਂ ਉਹਨਾਂ ਨੂੰ ਪਰੇਸ਼ਾਨ ਕਰਦੀ ਹੈ, ਤਾਂ ਸਾਰਿਆਂ ਨਾਲੋਂ ਪਹਿਲੀ ਜਿਹੜੀ ਕਾਰਵਾਈ ਹੈ ਉਹ ਤੁਸੀਂ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਜ਼ਰੂਰ ਕਰੋ। ਇਹ ਅਗਰ ਤੁਹਾਨੂੰ ਪਤਨੀ ਨੇ ਇਹ ਮੌਕਾ ਦੇ ਦਿੱਤਾ, ਉਸਨੇ ਤੁਹਾਡੇ ਮਾਂ-ਬਾਪ ਦੇ ਨਾਲ, ਪਤੀ ਦੇ ਮਾਂ-ਬਾਪ ਦੇ ਨਾਲ ਵਤੀਰਾ ਠੀਕ ਨਹੀਂ ਹੈ, ਉਹਨਾਂ ਨੂੰ ਪਰੇਸ਼ਾਨ ਕਰਦੀ ਹੈ, ਤਾਂ ਮਾਂ-ਬਾਪ ਵੱਲੋਂ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ SDM ਦੀ ਕੋਰਟ ਦੇ ਵਿੱਚ ਜਾਂ ਕਲੈਕਟਰ ਦੀ ਕੋਰਟ ਦੇ ਵਿੱਚ ਇੱਕ ਜਿਹੜੀ ਹੈ ਦਰਖਾਸਤ ਆਪਣੇ ਮਾਂ-ਬਾਪ ਤੋਂ ਜ਼ਰੂਰ ਦਿਵਾਓ ਅਤੇ ਇਹੀ ਜਿਹੜੀ ਹੈ ਸ਼ਿਕਾਇਤ ਥਾਣੇ ਦੇ ਵਿੱਚ ਕਰੋ ਵੀ ਸਾਨੂੰ ਉਸ ਤੁਹਾਡੇ ਜਿਹੜੇ ਪੇਰੈਂਟਸ ਹੈ ਉੱਥੇ ਉਹ ਲਿਖ ਕੇ ਦੇਣ ਕਿ ਵੀ ਸਾਨੂੰ ਜਿਹੜੀ ਹੈ ਸਾਡੀ ਨੂੰਹ ਜਿਹੜੀ ਹੈ ਤੰਗ ਕਰਦੀ ਹੈ ਅਤੇ ਸਾਨੂੰ ਘਰੋਂ ਕੱਢਣਾ ਚਾਹੁੰਦੀ ਹੈ। ਇਹਨਾਂ ਦਰਖਾਸਤਾਂ ਦਾ ਫੈਸਲਾ ਬਹੁਤ ਛੇਤੀ ਹੋ ਜਾਂਦਾ ਹੈ ਅਤੇ ਹੁੰਦਾ ਵੀ ਤਕਰੀਬਨ ਮਾਂ-ਬਾਪ ਦੇ ਹੱਕ ਹੈ। ਸਾਰਿਆਂ ਨਾਲੋਂ ਜਿਹੜੀ ਪਹਿਲੀ ਕਾਰਵਾਈ ਹੈ, ਅਗਰ ਤੁਹਾਨੂੰ ਮੌਕਾ ਮਿਲਦਾ ਹੈ ਕਦੇ ਨਾ ਖੁੰਝਿਓ, ਤਾਂ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਇੱਕ ਦਰਖਾਸਤ SDM ਕਲੈਕਟਰ ਦੇ ਜ਼ਰੂਰ ਦਵਾ ਦੇਣਾ। ਜਿਹੜਾ दूसरा केस जिहड़ा मैं तुहाडे नाल डिस्कस कर लग्या हाँ, वो है प्रोटैक्शन ऑफ ए वूमेन फ्रॉम डोमैसटिक वायलेंस एक्ट। यानी कि ये नहीं है कि सिर्फ पत्नी ही अपने पति या उसके परिवार के खिलाफ है जिहड़ा इस एक्ट के तहत केस कर सकती है। पति दे माँ बाप या भैन जिहड़ी कुआरी है कोल रहिंदी है, ओह ते उसकी अगर होर कोई भरजाई उस घर दे विच रहिंदी है और पत्नी उन्होंने तंग करती है, तां भी जिहड़ी है पति दे पेरेंट्स या सिस्टर
ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਜਿਹੜਾ ਹੈ ਉਹ ਕੇਸ ਕਰ ਸਕਦੀ ਹੈ। ਉਹਦੇ ਵਿੱਚ ਕੋਰਟ ਤੋਂ ਇਹ ਵੀ ਹਦਾਇਤ ਲੈ ਸਕਦੇ ਹਨ ਕਿ ਸਾਡੀ ਜਿਹੜੀ ਹੈ ਘਰ ਵਾਲੀ ਨੂੰ ਰੋਕਿਆ ਜਾਵੇ, ਇਹ ਸਾਨੂੰ ਇਸ ਤਰ੍ਹਾਂ ਤੰਗ ਕਰਦੀ ਹੈ ਤੇ ਪਰੇਸ਼ਾਨ ਕਰਦੀ ਹੈ। ਕਿਉਂ ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਅਗਰ ਕੋਈ ਵੀ ਔਰਤ ਨੂੰ ਤੰਗ ਕੀਤਾ ਜਾ ਰਿਹਾ ਹੈ ਉਹ ਕੇਸ ਕਰ ਸਕਦੀ ਹੈ ਜਿਸ ਵੱਲੋਂ ਉਸ ਨੂੰ ਤੰਗੀ ਜਾਂ ਪਰੇਸ਼ਾਨੀ ਦਿੱਤੀ ਜਾਂਦੀ ਹੈ। ਅਗਰ ਤੁਹਾਡੇ ਮਾਂ-ਬਾਪ ਨੂੰ ਕੋਈ ਤੰਗੀ ਜਾਂ ਪਰੇਸ਼ਾਨੀ ਤੁਹਾਡੀ ਪਤਨੀ ਵੱਲੋਂ ਦਿੱਤੀ ਜਾਂਦੀ ਹੈ ਤਾਂ ਇਸ ਐਕਟ ਦੇ ਤਹਿਤ ਜ਼ਰੂਰ ਕੰਪਲੇਂਟ ਫਾਈਲ ਕਰਿਓ। ਇਹ ਮੌਕਾ ਵੀ ਕਦੇ ਤੁਸੀਂ ਨਾ ਖੁੰਝੋ। ਉਸ ਤੋਂ ਬਾਅਦ ਇੱਕ ਹੋਰ ਜਿਹੜਾ ਮੌਕਾ ਹੈ ਉਹ ਪਤੀ ਨੂੰ ਪਰਿਵਾਰ ਦੇ ਵਿੱਚ ਮਿਲ ਸਕਦਾ ਹੈ। ਅਗਰ ਪਤਨੀ ਝਗੜਾ ਕਰਦੀ ਹੈ ਜਾਂ ਕੋਈ ਮਾਰ ਕੁਟਾਈ ਕਰਦੀ ਹੈ ਔਰ ਮਾਰ ਕੁਟਾਈ ਕਰਨ ਤੋਂ ਬਾਅਦ ਪੁਲਿਸ ਨੂੰ ਘਰ ਦੇ ਵਿੱਚ ਬੁਲਾ ਲੈਂਦੀ ਹੈ ਤਾਂ ਉਸ ਵੇਲੇ ਇਹ ਕੋਸ਼ਿਸ਼ ਜ਼ਰੂਰ ਕਰਿਓ ਕਿ ਦੋਨਾਂ ਦੇ ਖਿਲਾਫ, ਦੋਨਾਂ ਧਿਰਾਂ ਦੇ ਖਿਲਾਫ, ਪਤਨੀ ਦੇ ਖਿਲਾਫ ਵੀ ਅਤੇ ਪਤੀ ਦੇ ਖਿਲਾਫ ਵੀ ਜਿਹੜਾ 107 151 CRPC ਤਹਿਤ ਕਲੰਦਰਾ ਜਿਹੜਾ ਹੈ ਪੁਲਿਸ ਬਣਾ ਦੇਵੇ। ਅਗਰ ਜੇਕਰ ਕਲੰਦਰਾ ਜੋ ਵੀ ਕਲੰਦਰਾ ਬਣਦਾ ਹੈ ਉਹ ਦੋਨਾਂ ਧਿਰਾਂ ਦੇ ਖਿਲਾਫ ਬਣਦਾ ਹੈ। ਇਹ ਤਾਂ ਕਲੰਦਰਾ ਉਦੋਂ ਬਣਦਾ ਹੈ ਜਦੋਂ ਧਿਰਾਂ ਆਪਸ ਦੇ ਵਿੱਚ ਲੜਾਈ ਕਰਦੀਆਂ ਹਨ ਅਤੇ ਪਰਿਵਾਰ ਦੇ ਵਿੱਚ ਜਾਂ ਆਸ ਪੜੋਸ ਦੇ ਵਿੱਚ ਉਹ ਸ਼ਾਂਤੀ ਭੰਗ ਹੁੰਦੀ ਹੈ ਤਾਂ ਜਿਹੜਾ ਹੈ ਪੁਲਿਸ ਇਸ ਸੈਕਸ਼ਨ ਦੇ ਤਹਿਤ ਹੈ ਜਿਹੜਾ ਕਲੰਦਰਾ ਪੇਸ਼ ਕਰ ਸਕਦੀ ਹੈ। ਅਤੇ ਫਿਊਚਰ ਦੇ ਵਿੱਚ ਜਦੋਂ ਪਤਨੀ ਤੁਹਾਡੇ ਖਿਲਾਫ ਕੋਈ ਕੇਸ ਕਰੇਗੀ ਤਾਂ ਇਹ ਕਲੰਦਰਾ ਉਸ ਵੇਲੇ ਕੰਮ ਆਏਗਾ। ਉੱਥੇ ਤੁਸੀਂ ਇਹ ਕਹਿ ਸਕਦੇ ਹੋ ਕਿ ਪਤਨੀ ਨੇ ਸਾਨੂੰ ਪਰੇਸ਼ਾਨ ਕੀਤਾ ਹੈ, ਇਹ ਸਾਨੂੰ ਪਰੇਸ਼ਾਨੀਆਂ ਕ੍ਰੀਏਟ ਕਰਦੀ ਹੈ, ਇਸ ਕਰਕੇ ਜਿਹੜਾ ਹੈ ਪੁਲਿਸ ਨੇ ਜਿਹੜਾ ਹੈ ਕਲੰਦਰਾ ਪੇਸ਼ ਕੀਤਾ ਜਾਏਗਾ। ਇਹ ਹੈ ਜਦੋਂ ਪਤਨੀ ਨਾਲ ਬਹੁਤਾ ਹਲੇ ਵਿਗਾੜ ਨਹੀਂ ਹੋਇਆ ਔਰ ਤੁਹਾਡੇ ਮਨ ਦੇ ਵਿੱਚ ਇਹ ਪੈਦਾ ਹੋ ਗਈ, ਇਹ ਰੰਜਿਸ਼ ਪੈਦਾ ਹੋ ਗਈ ਕਿ ਹੁਣ ਅਸੀਂ ਇਕੱਠੇ ਨਹੀਂ ਰਹਿ ਸਕਦੇ। ਉਹਨਾਂ ਹਾਲਾਤਾਂ ਦੇ ਵਿੱਚ ਹੀ ਇਹ ਕਾਰਵਾਈ ਕਰਿਓ ਅਤੇ ਇਹ ਕਾਰਵਾਈ ਕਰਨ ਤੋਂ ਪਹਿਲਾਂ ਕਿਸੇ ਵਕੀਲ ਦੀ ਸਲਾਹ ਜ਼ਰੂਰ ਲੈ ਲਿਓ ਕਿਉਂਕਿ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਦੇ ਵਿੱਚ ਕੀ ਤੱਥ ਹੋਣੇ ਚਾਹੀਦੇ ਨੇ ਤਾਂ ਉਹਨਾਂ ਦਾ ਪਤਾ ਜ਼ਰੂਰ ਹੋਣਾ ਚਾਹੀਦਾ ਹੈ। ਹਰ ਕੇਸ ਦੇ, ਹਰ ਪਰਿਵਾਰ ਦੇ, ਹਰ ਪਤੀ ਪਤਨੀ ਦੇ ਅੰਦਰ ਜਿਹੜੇ ਤੱਥ ਨੇ, ਜਿਹੜੀਆਂ ਉਹਨਾਂ ਦੇ ਵਿੱਚ ਪ੍ਰੋਬਲਮਸ ਨੇ ਉਹ ਵੱਖਰੀਆਂ ਹੁੰਦੀਆਂ ਨੇ। ਉਹਨਾਂ ਪ੍ਰੋਬਲਮਸ ਨੂੰ ਦੇਖ ਕੇ ਹੀ ਜਿਹੜਾ ਹੈ ਇਹਦੇ ਬਾਰੇ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਕਰਕੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਆਪਣੇ ਮਨ ਨਾਲ ਸਲਾਹ ਕਰ ਲਿਓ ਅਤੇ ਨਾਲ ਹੀ ਕਿਸੇ ਵਕੀਲ ਦੀ ਜ਼ਰੂਰ ਸਹਾਇਤਾ ਲੈ ਲਿਓ। ਅਗਰ ਤੁਸੀਂ ਕਿਸੇ ਵਕੀਲ ਕੋਲ ਨਹੀਂ ਜਾਣਾ ਚਾਹੁੰਦੇ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਇਹ ਲਿਖ ਕੇ ਭੇਜੋ। ਮੈਂ ਤੁਹਾਨੂੰ ਉਹਨਾਂ ਦੇ ਹਾਲਾਤਾਂ ਦੇ ਮੁਤਾਬਕ ਤੁਸੀਂ ਕੀ ਕਾਰਵਾਈ ਕਰਨੀ ਹੈ ਉਸ ਦੇ ਬਾਰੇ ਮੈਂ ਆਪਣੀ ਸਮਝ ਦੇ ਮੁਤਾਬਕ ਤੁਹਾਨੂੰ ਜਾਣਕਾਰੀ ਦਿਆਂਗਾ। ਹੁਣ ਉਸ ਤੋਂ ਬਾਅਦ ਅਗਰ ਪਤਨੀ ਤੁਹਾਡੀ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਔਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਪਤਨੀ ਹੁਣ ਨਾਰਾਜ਼ ਹੋ ਕੇ ਚਲੀ ਗਈ, ਇਸ ਨੇ ਨਹੀਂ ਆਉਣਾ, ਤਾਂ ਇਹ ਕਦੇ ਕੋਸ਼ਿਸ਼ ਨਾ ਕਰਿਓ, ਇਹ ਕਦੇ ਵੇਟ ਨਾ ਕਰਿਓ ਕਿ ਪਤਨੀ ਤੁਹਾਡੇ ਤੇ ਕੇਸ ਕਰੇ ਤਾਂ ਤੁਸੀਂ ਉਸ ਨੂੰ ਡਿਫੈਂਡ ਕਰੋ। ਤਾਂ ਉਸ ਤੋਂ ਆਪਣੇ ਘਰ ਦੇ ਅੰਦਰ ਦੇਖੋ ਕਿ ਤੁਹਾਡੇ ਮਾਤਾ ਪਿਤਾ ਦੇ ਜਾਂ ਤੁਹਾਡੇ ਆਪਣੇ ਪਰਿਵਾਰ ਦੇ ਜਿਹੜੇ ਗਹਿਣੇ ਨੇ ਉਹ ਉੱਥੇ ਮੌਜੂਦ ਨੇ ਜਾਂ ਕੋਈ ਸਮਾਨ ਚੋਰੀ ਤਾਂ ਨਹੀਂ ਹੋਇਆ। ਅਗਰ ਇਹ ਹਾਲਾਤ ਹੈਗੇ ਆ, ਜੇਕਰ ਹੈ, ਅਗਰ ਤੁਹਾਡੇ ਘਰ ਦੇ ਵਿੱਚੋਂ ਗਹਿਣੇ ਚੋਰੀ ਹੋਏ ਨੇ ਤਾਂ ਉਸ ਦੀ ਰਿਪੋਰਟ ਜਿਹੜੀ ਹੈ ਜ਼ਰੂਰ ਕਰਾਓ। ਇਸ ਦੇ ਨਾਲ ਜਿਹੜਾ ਹੈ ਪਤਨੀ 'ਤੇ ਪ੍ਰਭਾਵ ਪਏਗਾ। ਉਹ ਰਿਪੋਰਟ ਕਰਾਉਣ ਨਾਲ ਉਸ 'ਤੇ ਬਹੁਤ ਬੋਝ ਪਏਗਾ ਅਤੇ ਹੋ ਸਕਦਾ ਹੈ ਜਾਂ ਤਾਂ ਤੁਹਾਡੇ ਨਾਲ ਆ ਕੇ ਰਹਿਣ ਲੱਗ ਜਾਏਗੀ ਜਾਂ ਉਹ ਤੁਹਾਡੇ ਨਾਲ ਜਿਹੜਾ ਹੈ ਕੰਪਰੋਮਾਈਜ਼ ਕਰ ਲਏਗੀ। ਉਹ ਕੰਪਰੋਮਾਈਜ਼ ਦੇ ਤਹਿਤ ਇਹ ਹੁੰਦਾ ਹੈ ਕਿ ਪਾਰਟੀਆਂ ਦਾ, ਧਿਰਾਂ ਦਾ ਆਪਸ ਦੇ ਵਿੱਚ ਸਮਝੌਤਾ ਲਿਖਿਆ ਜਾਂਦਾ ਹੈ ਅਤੇ ਉਹ 13B ਦੇ ਤਹਿਤ ਹੈ ਜਿਹੜਾ ਮਿਊਚੁਅਲ ਡਿਵੋਰਸ ਲੈ ਸਕਦੀਆਂ ਹਨ। ਇਸੇ ਤਰ੍ਹਾਂ ਹੀ ਜੇਕਰ ਪਤਨੀ ਨੇ ਸੋਸ਼ਲ ਮੀਡੀਆ ਤੇ ਜਾਂ ਕਿਤੇ ਹੋਰ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਜਾਂ ਕੋਈ ਐਸਾ ਬੰਦਾ ਤੁਹਾਨੂੰ ਆ ਕੇ ਦੱਸ ਦੇਵੇ ਕਿ ਜਿਹੜੀ ਤੁਹਾਡੀ ਪਤਨੀ ਹੈ ਤੁਹਾਡੀ ਬਦਨਾਮੀ ਕਰ ਰਹੀ ਹੈ, ਅਗਰ ਪਤਨੀ ਤੁਹਾਡੇ ਤੇ ਝੂਠੇ ਦੋਸ਼ ਲਾ ਰਹੀ ਹੈ ਤਾਂ ਤੁਹਾਡੀ ਉਹ ਮਾਨਹਾਨੀ ਕਰ ਰਹੀ ਹੈ, ਤਾਂ ਇਸ ਮੌਕੇ ਨੂੰ ਵੀ ਕਦੇ ਨਾ ਖੁੰਝਿਓ, ਇਸ ਮੌਕੇ ਦਾ ਫਾਇਦਾ ਉਠਾਇਓ। ਮਾਨਹਾਨੀ ਜਿਹੜੀ ਹੁੰਦੀ ਹੈ ਉਹ ਪਬਲਿਕਲੀ ਹੁੰਦੀ ਹੈ ਅਤੇ ਉਹਨਾਂ ਕਰਕੇ ਹੁੰਦੀ ਹੈ ਜਿਹੜੇ ਕੋਈ ਤੁਹਾਡੇ ਤੇ ਝੂਠੇ ਦੋਸ਼ ਲਾਵੇ, ਉਸ ਨੂੰ ਡੈਫਾਮੇਸ਼ਨ ਕਹਿੰਦੇ ਨੇ। ਡੈਫਾਮੇਸ਼ਨ ਦੇ ਤਹਿਤ ਜਿਹੜਾ ਹੈ ਪਤੀ ਦੋ ਤਰ੍ਹਾਂ ਦੀ ਕਾਰਵਾਈ ਕਰ ਸਕਦਾ ਹੈ। ਫੌਜਦਾਰੀ ਕੇਸ ਧਾਰਾ 500 ਇੰਡੀਅਨ ਪੀਨਲ ਕੋਡ ਦੇ ਤਹਿਤ ਵੀ ਬਣਦਾ ਹੈ ਅਤੇ ਇਸ ਤਰ੍ਹਾਂ ਦੀਵਾਨੀ ਕੇਸ ਮੁਆਵਜ਼ੇ ਦਾ ਵੀ ਕਰ ਸਕਦਾ ਹੈ। ਜ਼ਿਆਦਾ ਬਿਹਤਰ ਇਹੀ ਹੈ ਕਿ ਤੁਸੀਂ ਪਤਨੀ ਤੇ ਡਿਫੇਮ ਕਰਨ ਵਾਸਤੇ ਉਸ ਤੇ ਜਿਹੜਾ ਹੈ ਮੁਆਵਜ਼ੇ ਦਾ ਕੇਸ ਕਰੋ, ਉਹਦੇ ਵਿੱਚ ਡਿਮਾਂਡ ਕਰੋ, ਕਿਉਂਕਿ ਜਿਹੜੀ ਪਤਨੀ ਹੁੰਦੀ ਹੈ ਉਸ ਨੂੰ ਪੈਸੇ ਤੇ ਸੋਨੇ ਨਾਲ ਬਹੁਤ ਪਿਆਰ ਹੁੰਦਾ ਹੈ। ਅਗਰ ਪਤਨੀ ਦੇ ਤੁਸੀਂ ਡੈਫਾਮੇਸ਼ਨ ਦਾ ਕੇਸ ਕੀਤਾ, ਦੀਵਾਨੀ ਕੇਸ ਕੀਤਾ ਔਰ ਉਹਦੇ ਵਿੱਚ ਕੰਪਨਸੇਸ਼ਨ ਜਾਂ ਡੈਮੇਜਸ ਮੰਗੇ ਵੀ ਮੇਰੀ ਘਰਵਾਲੀ ਨੇ ਮੇਰੇ ਤੇ ਇਹ ਦੋਸ਼ ਲਗਾਏ ਹਨ, ਉਹ ਝੂਠੇ ਹਨ
ਅਤੇ ਮੇਰੀ ਇਸ ਦੇ ਨਾਲ ਬਦਨਾਮੀ ਹੋਈ ਹੈ, ਉਸ ਦੇ ਵਿੱਚ ਜਿਸ ਕੋਲ ਬਦਨਾਮੀ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਜੋ ਤੁਹਾਡੀ ਬਦਨਾਮੀ ਕੀਤੀ ਹੈ ਉਸ ਦੇ ਬਾਰੇ ਆਪਣੀ ਜਿਹੜੀ ਹੈ ਦੀਵਾਨੀ ਦਾਅਵੇ ਦੇ ਵਿੱਚ ਜ਼ਿਕਰ ਕਰੋ। ਤੇ ਜਦੋਂ ਤੁਸੀਂ ਕੰਪਨਸੇਸ਼ਨ ਮੰਗੋਗੇ ਇਸ ਗੱਲ ਦਾ ਵੀ ਪਤਨੀ ਤੇ ਬੋਝ ਪਏਗਾ। ਪਤਨੀ ਕਦੇ ਵੀ ਪੈਸਾ ਦੇਣ ਨੂੰ ਤਿਆਰ ਨਹੀਂ ਹੋਏਗੀ। ਅਗਰ ਤੁਸੀਂ ਕੰਪਨਸੇਸ਼ਨ ਦਾ ਕੇਸ ਕਰਦੇ ਹੋ ਤਾਂ ਬਹੁਤ ਤੁਹਾਨੂੰ ਜਿਹੜਾ ਹੈ ਇਹਦਾ ਲਾਭ ਹੋ ਸਕਦਾ ਹੈ, ਤੁਹਾਨੂੰ ਆਪਣੀ ਪਤਨੀ ਤੋਂ ਖਹਿੜਾ ਛੁਡਾਉਣ ਵਾਸਤੇ। ਹੁਣ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਜਦੋਂ ਪਤਨੀ ਤੁਹਾਡੇ ਕੋਲ ਰਹਿੰਦੀ ਹੈ ਉਸ ਦਾ ਵਤੀਰਾ ਠੀਕ ਨਹੀਂ ਹੈ, ਅਤੇ ਦੂਸਰਾ ਜਦੋਂ ਪਤਨੀ ਤੁਹਾਨੂੰ ਛੱਡ ਕੇ ਚਲੀ ਗਈ ਹੈ ਅਤੇ ਤੁਹਾਡੇ ਖਿਲਾਫ ਜਿਹੜੀ ਹੈ ਦੋਸ਼ ਲਗਾਉਂਦੀ ਹੈ, ਉਹਦੇ ਵਿੱਚ ਤੁਸੀਂ ਕਿਹੜੇ-ਕਿਹੜੇ ਕੇਸ ਕਰ ਸਕਦੇ ਹੋ। ਹੁਣ ਉਸ ਤੋਂ ਬਾਅਦ ਜਦੋਂ ਤੁਹਾਡੀ ਧਿਰਾਂ ਦੇ ਵਿੱਚ ਪਤੀ ਪਤਨੀ ਦੀ ਆਪਸ ਦੇ ਵਿੱਚ ਜਿਹੜੀ ਹੈ ਲਿਟੀਗੇਸ਼ਨ ਸਟਾਰਟ ਹੋ ਗਈ, ਮੰਨ ਲਓ ਪਤਨੀ ਨੇ ਤੁਹਾਡੇ ਖਿਲਾਫ FIR ਦਰਜ ਕਰਨ ਵਾਸਤੇ ਜਾਂ FIR ਦਰਜ ਕਰਵਾ ਦਿੱਤੀ ਹੈ, ਤਾਂ ਉਹਦੇ ਵਿੱਚ ਇਹ ਦੇਖੋ ਵੀ ਉਹਨੇ ਇਤਰਾਜ਼ ਕੀ ਲਾਏ ਹਨ। ਆਮ ਤੌਰ ਤੇ ਜਿਹੜੀਆਂ ਪਤਨੀਆਂ ਨੇ ਉਹਨਾਂ ਦੇ ਵਿੱਚ ਇਹ ਇਤਰਾਜ਼ ਲਾਉਂਦੀਆਂ ਹਨ ਕਿ ਅਸੀਂ 50 ਲੱਖ ਰੁਪਇਆ ਜਾਂ ਲੱਖਾਂ ਰੁਪਏ ਅਸੀਂ ਆਪਣੇ ਵਿਆਹ ਦੇ ਉੱਤੇ ਖਰਚ ਦਿੱਤੇ, ਜਦੋਂ ਕਿ ਪੈਸਾ ਜਿਹੜਾ ਖਰਚ ਕੀਤਾ ਹੁੰਦਾ ਹੈ ਉਸ ਨਾਲ ਉਹਨਾਂ ਨੇ ਬਹੁਤ ਥੋੜ੍ਹਾ ਕੀਤਾ ਹੁੰਦਾ ਹੈ। ਉਹਨੂੰ 10-10 20-20 ਗੁਣਾ ਜਿਹੜਾ ਵਧਾ ਚੜਾ ਕੇ ਆਪਣੀ ਕੰਪਲੇਂਟ ਦੇ ਵਿੱਚ ਜਿਹੜਾ ਹੈ ਦਰਜ ਕਰਵਾ ਦਿੰਦੀਆਂ ਹਨ। ਉਸ ਵੇਲੇ ਤੁਸੀਂ ਕੀ ਇਸ ਗੱਲ ਦਾ ਫਾਇਦਾ ਉਠਾ ਸਕਦੇ ਹੋ? ਉਸ ਨਾਲ ਤੁਸੀਂ ਡੌਰੀ ਪ੍ਰੋਹਿਬਿਸ਼ਨ ਐਕਟ ਦੇ ਤਹਿਤ ਜਿਹੜਾ ਹੈ ਉਹ ਕੰਪਲੇਂਟ ਦਾਇਰ ਕਰਾ ਸਕਦੇ ਹੋ। ਡੌਰੀ ਪ੍ਰੋਹਿਬਿਸ਼ਨ ਐਕਟ ਦੇ ਮੁਤਾਬਕ ਦਾਜ ਲੈਣਾ ਤੇ ਦੇਣਾ ਦੋਨੇ ਹੀ ਜੁਰਮ ਹਨ। ਇਸ ਕਰਕੇ ਪਤਨੀ ਨੇ ਅਗਰ ਇਹ ਦੋਸ਼ ਲਗਾਇਆ ਹੈ ਤਾਂ ਉਸ ਦੀ ਕੰਪਲੇਂਟ ਜ਼ਰੂਰ ਦਾਇਰ ਕਰਿਓ। ਇਹ ਕਦੇ ਨਾ ਸੋਚਿਓ ਵੀ ਅਸੀਂ ਦਾਜ ਲਿੱਤਾ ਹੈ ਤੇ ਸਾਡੇ ਖਿਲਾਫ ਵੀ ਕਾਰਵਾਈ ਹੋ ਜਾਏਗੀ। ਐਸਾ ਕੁਝ ਨਹੀਂ ਹੋਏਗਾ, ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ। ਅਗਰ ਜੇ ਤਾਂ ਪਤਨੀ ਨੇ ਕੰਪਲੇਂਟ ਕੀਤੀ ਹੈ ਉਹਦੇ ਵਿੱਚ ਉਸਨੇ ਆਪ ਐਡਮਿਟ ਕੀਤਾ ਹੈ, ਜਿਹਦੇ ਵਿੱਚ ਉਸਨੇ ਇਹ ਕਿਹਾ ਹੈ ਕਿ ਅਸੀਂ ਇਤਨਾ ਦਾਜ ਦਿੱਤਾ, ਲੇਕਿਨ ਤੁਹਾਡੀ ਐਡਮਿਸ਼ਨ ਕਿਤੇ ਨਹੀਂ ਹੈਗੀ। ਤੁਸੀਂ ਹਮੇਸ਼ਾ ਇਹੀ ਕਹਿੰਦੇ ਹੋ ਅਸੀਂ ਕੋਈ ਦਾਜ ਨਹੀਂ ਮੰਗਿਆ ਅਤੇ ਨਾ ਹੀ ਦਾਜ ਲਿੱਤਾ ਹੈ, ਲੇਕਿਨ ਪਤਨੀ ਦੀ ਐਡਮਿਸ਼ਨ ਆ ਜਾਂਦੀ ਹੈ। ਜਦੋਂ ਐਡਮਿਸ਼ਨ ਆ ਜਾਂਦੀ ਹੈ ਉਸ ਦੇ ਲਈ ਕੋਈ ਸਬੂਤ ਨਹੀਂ ਦੇਣਾ ਪੈਂਦਾ, ਉਹ ਐਡਮਿਸ਼ਨ ਹੀ ਕਾਫੀ ਹੈ ਪਤਨੀ ਨੂੰ ਸਜ਼ਾ ਕਰਾਉਣ ਵਾਸਤੇ। ਧਾਰਾ 3 ਜਾਂ 4 ਦੇ ਤਹਿਤ ਜਿਹੜੀ ਹੈ ਪਤਨੀ ਨੂੰ ਸਜ਼ਾ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਲੱਗ ਸਕਦਾ ਹੈ। ਇਸ ਕਰਕੇ ਅਗਰ ਇਹੋ ਜਿਹੀ ਕੋਈ ਗੱਲ ਤੁਹਾਨੂੰ ਨਜ਼ਰ ਆਉਂਦੀ ਹੈ ਤਾਂ ਡੌਰੀ ਪ੍ਰੋਹਿਬਿਸ਼ਨ ਐਕਟ ਦੇ ਤਹਿਤ ਜ਼ਰੂਰ ਕਾਰਵਾਈ ਕਰਿਓ। ਅਗਰ ਪੁਲਿਸ ਵਾਲੇ ਉਸ 'ਤੇ ਕਾਰਵਾਈ ਨਹੀਂ ਕਰਦੇ ਕੰਪਲੇਂਟ, ਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅਪਰੋਚ ਕਰੋ, ਉੱਥੇ ਅਰਜੀ ਦਿਓ ਤਾਂ ਜੋ ਪਤਨੀ ਦੇ ਖਿਲਾਫ ਜਿਹੜੀ ਹੈ ਕਾਰਵਾਈ ਹੋ ਸਕੇ ਅਤੇ ਉਸ ਨੂੰ ਵੀ ਭੱਜਣਾ ਪੈ ਜਾਣ ਤੇ ਉਸ ਨੂੰ ਵੀ ਭੱਜ ਨੱਠ ਕਰਨੀ ਪੈ ਜਾਏ। ਦੂਸਰਾ ਹੈ ਇਨਕਮ ਟੈਕਸ ਐਕਟ ਦੇ ਤਹਿਤ ਪਤਨੀ ਜਦੋਂ ਵੀ ਕੰਪਲੇਂਟ ਕਰਦੀ ਹੈ ਤਾਂ ਉਹਦੇ ਵਿੱਚ ਵਧਾ ਚੜਾ ਕੇ ਜਿਹੜੀਆਂ ਹੈ ਲਿਖੀਆਂ ਜਾਂਦੀਆਂ ਹਨ। 25-30 ਲੱਖ ਤੋਂ ਘੱਟ ਕੋਈ ਨਹੀਂ ਲਿਖਦਾ, 50 ਲੱਖ ਕਰੋੜਾਂ ਤੱਕ ਜਿਹੜੀ ਹੈ ਉਹਦੇ 'ਚ ਜਿਹੜੀ ਹੈ ਪਤਨੀਆਂ ਜਿਹੜੀਆਂ ਇਲਜ਼ਾਮ ਲਗਾ ਦਿੰਦੀਆਂ ਹਨ ਕਿ ਅਸੀਂ ਵਿਆਹ ਦੇ ਉੱਪਰ ਇੰਨਾ ਪੈਸਾ ਖਰਚਿਆ ਹੋਇਆ ਹੈ। ਇੰਨਾ ਪੈਸਾ ਉਹਨਾਂ ਕੋਲ ਕਿੱਥੋਂ ਆਇਆ, ਕਿਸ ਨੇ ਦਿੱਤਾ, ਇਹਨਾਂ ਗੱਲਾਂ ਦੀ ਜਿਹੜੀ ਹੈ ਦਰਿਆਫਤ ਫਿਰ ਉਹ ਇਨਕਮ ਟੈਕਸ ਜਿਹੜੀ ਹੈ ਉਹਦੇ ਵਿੱਚ ਤੁਸੀਂ ਸ਼ਿਕਾਇਤ ਕਰ ਦਿਓ, ਉਸ 'ਤੇ ਰਿਮਾਈਂਡਰ ਦਿਓ, ਉਸ ਨੂੰ ਫੋਲੋ ਕਰੋ। ਅਗਰ ਇਨਕਮ ਟੈਕਸ ਡਿਪਾਰਟਮੈਂਟ ਵਾਲੇ ਕੋਈ ਕਾਰਵਾਈ ਨਹੀਂ ਕਰਦੇ ਤਾਂ RTI ਐਕਟ ਦੇ ਤਹਿਤ ਇਨਕਮ ਟੈਕਸ ਡਿਪਾਰਟਮੈਂਟ ਤੋਂ ਉਹਦੀ ਇਨਫੋਰਮੇਸ਼ਨ ਮੰਗੋ, ਤਾਂ ਜੋ ਇਨਕਮ ਟੈਕਸ ਡਿਪਾਰਟਮੈਂਟ ਮਜਬੂਰ ਹੋ ਜਾਵੇ ਤੁਹਾਡੀ ਜਿਹੜੀ ਕੰਪਲੇਂਟ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਕਰਨ ਦੇਗਾ। ਅਗਰ ਪਤਨੀ ਨੇ ਇਹ ਕਿਹਾ ਹੈ ਵੀ ਉਹਨਾਂ ਨੇ ਇੱਥੋਂ ਪੈਸੇ ਉਧਾਰੇ ਲਿੱਤੇ ਹਨ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਤੁਸੀਂ ਦਰਖਾਸਤ ਦੇ ਸਕਦੇ ਹੋ ਵੀ ਉਹਨਾਂ ਕੋਲ ਇੰਨੇ ਪੈਸੇ ਕਿੱਥੋਂ ਆਏ। ਇਹ ਜਿਹੜੀ ਕਾਰਵਾਈ ਹੈ ਇਹ ਬਹੁਤ ਹੀ ਮਹੱਤਵਪੂਰਨ ਕਾਰਵਾਈ ਹੈ, ਲੇਕਿਨ ਆਮ ਤੌਰ ਤੇ ਜ਼ਿਆਦਾਤਰ ਇਹ ਜਿਹੜਾ ਹੈ ਪਤੀ ਕਾਰਵਾਈ ਨਹੀਂ ਕਰਦੇ। ਲੇਕਿਨ ਅਗਰ ਤੁਹਾਨੂੰ ਇਹ ਮੌਕਾ ਮਿਲਦਾ ਹੈ ਤੇ ਨਾਲ ਦੀ ਨਾਲ ਇਹ ਕਾਰਵਾਈ ਜ਼ਰੂਰ ਕਰ ਦੇਣਾ। ਪਤਨੀ ਜਿਹੜੀ ਕੰਪਲੇਂਟ ਕਰਦੀ ਹੈ ਉਹਦੇ ਵਿੱਚ ਆਮ ਤੌਰ ਤੇ ਝੂਠੇ ਇਲਜ਼ਾਮ ਲਗਾਏ ਜਾਂਦੇ ਹਨ, ਕਿਉਂਕਿ ਹੁਣ ਤਾਂ ਇਸ ਗੱਲ ਦਾ ਆਮ ਕਚਹਿਰੀਆਂ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਨੋਟਿਸ ਕਰ ਲਿੱਤਾ ਹੈ ਕਿ ਜ਼ਿਆਦਾਤਰ ਤਕਰੀਬਨ 90-95% ਜਿਹੜੇ ਹੈ ਉਹ ਐਲੀਗੇਸ਼ਨ ਲਗਾਏ ਜਾਂਦੇ ਹਨ। ਪਤਨੀਆਂ ਆਪਣੇ ਰਾਈਟ ਨੂੰ ਕਲੇਮ ਕਰਨ ਤੋਂ ਇਲਾਵਾ ਜ਼ਿਆਦਾਤਰ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਪਤੀਆਂ ਨੂੰ ਤੇ ਉਸ ਦੇ ਪਰਿਵਾਰ ਨੂੰ ਹੈ ਜਿਹੜੀ ਸਜ਼ਾ ਕਰਵਾਈ ਜਾਵੇ। ਆਪਣਾ ਰਾਈਟ ਕਲੇਮ ਕਰਨ ਦਾ ਨਹੀਂ ਹੁੰਦਾ, ਉਹ ਬਤੌਰ ਹਥਿਆਰ ਯੂਜ਼ ਕਰਦੀਆਂ ਨੇ। ਜਿਹੜਾ ਕਾਨੂੰਨ ਦੇ ਵਿੱਚ ਉਹਨਾਂ ਨੂੰ ਰਾਈਟਸ ਦਿੱਤੇ ਗਏ ਨੇ ਉਹਨਾਂ ਨੂੰ ਬਤੌਰ ਹਥਿਆਰ ਜਿਹੜਾ ਹੈ ਉਹ ਯੂਜ਼ ਕਰਦੀਆਂ ਨੇ, ਅਤੇ ਇਹ ਯੂਜ਼ ਕਰਨ ਲੱਗੇ ਉਹ ਕੋਈ ਨਾ ਕੋਈ ਝੂਠੇ ਇਲਜ਼ਾਮ ਲਗਾ ਦਿੰਦੀਆਂ ਨੇ। ਪਤੀ 'ਤੇ ਲਗਾ ਦੇਣਗੀਆਂ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ 'ਤੇ ਲਗਾ ਦੇਣਗੀਆਂ, ਅਤੇ ਉਹਨਾਂ ਮੈਂਬਰਾਂ 'ਤੇ ਵੀ ਲਗਾ ਦੇਣਗੀਆਂ ਜਿਹੜੇ ਪਰਿਵਾਰ ਦੇ ਵਿੱਚ ਨਹੀਂ ਰਹਿੰਦੇ ਅਤੇ ਬਾਹਰ ਰਹਿੰਦੇ ਹਨ।
ਜਦੋਂ ਇਹ ਪਾਇਆ ਗਿਆ ਵੀ ਉਹ ਪਤਨੀ ਨੇ ਜਿਹੜਾ ਹੈ ਇਹ ਇਲਜ਼ਾਮ ਝੂਠੇ ਲਗਾਏ ਹਨ ਔਰ ਤੁਹਾਡੇ ਕੋਲ ਉਸ ਦੇ ਸਬੰਧ ਵਿੱਚ ਝੂਠੇ ਹੋਣ ਦੇ ਸਬੰਧ ਵਿੱਚ ਕੋਈ ਨਾ ਕੋਈ ਸਬੂਤ ਹੈਗਾ, ਜਿਸ ਤਰ੍ਹਾਂ ਕੋਈ ਤੁਹਾਡਾ ਕਾਲ ਰਿਕਾਰਡ ਹੈ, ਅਗਰ ਤੁਸੀਂ ਉਸ ਵੇਲੇ ਕਿਤੇ ਬਾਹਰ ਗਏ ਸੀ ਜਿਸ ਵੇਲੇ ਦਾ ਇਲਜ਼ਾਮ ਪਤਨੀ ਨੇ ਲਗਾਇਆ ਹੈ ਤਾਂ ਉਸ ਦਾ ਰਿਕਾਰਡ ਵੀ ਤੁਸੀਂ ਲੈ ਸਕਦੇ ਹੋ। ਇਸ ਦੇ ਸਬੰਧ ਵਿੱਚ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਸ਼ਹਿਰ ਤੋਂ ਬਾਹਰ ਰਹਿੰਦੇ ਹਨ ਤਾਂ ਉਹਨਾਂ ਵੱਲੋਂ ਇੱਕ ਕੰਪਲੇਂਟ ਕਰਵਾ ਦਿਓ, ਧਾਰਾ 211 ਇੰਡੀਅਨ ਪੀਨਲ ਕੋਡ, ਜਿਹੜੇ ਝੂਠੇ ਇਲਜ਼ਾਮ ਲਗਾਏ ਜਾਂਦੇ ਹਨ ਦੂਸਰੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ। ਜਿਹੜੀ ਪਤਨੀ ਜਿਹੜੀ ਹੈ ਇਹ ਇਲਜ਼ਾਮ ਲਗਾਉਂਦੀ ਹੈ, ਇਹ ਪਤੀ ਜਾਂ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਹੈ ਨੁਕਸਾਨ ਪਹੁੰਚਾਉਣ ਦੀ ਖਾਤਰ ਇਹ ਇਲਜ਼ਾਮ ਲਗਾਉਂਦੀ ਹੈ। ਇਸ ਕਰਕੇ ਤੁਸੀਂ ਸੈਕਸ਼ਨ 211 IPC ਦੇ ਤਹਿਤ ਇੱਕ ਕੰਪਲੇਂਟ ਦਾਇਰ ਕਰਵਾ ਦਿਓ ਆਪਣੇ ਰਿਸ਼ਤੇਦਾਰਾਂ ਤੋਂ। ਜੱਜ ਸਾਹਿਬ ਉਸ 'ਤੇ ਕੋਈ ਕਾਰਵਾਈ ਨਹੀਂ ਕਰੇਗੇ। ਆਮ ਤੌਰ 'ਤੇ ਪਤਨੀ ਦੇ ਖਿਲਾਫ ਛੇਤੀ ਦੇ ਕੇ ਜੱਜ ਸਾਹਿਬ ਕਾਰਵਾਈ ਨਹੀਂ ਕਰਦੇ ਅਤੇ ਉਸ ਦੇ ਉੱਤੇ ਉਹ ਜਿਹੜੀ ਕੰਪਲੇਂਟ ਫਾਈਲ ਕਰੋਗੇ ਉਸ ਦੇ ਉੱਤੇ ਤੁਹਾਡੇ ਤੋਂ ਐਵੀਡੈਂਸ ਮੰਗਿਆ ਜਾਏਗਾ। ਉਸ ਵੇਲੇ ਕੋਰਟ ਦੇ ਵਿੱਚ ਦਰਖਾਸਤ ਤਾਂ ਜੋ ਪਤਨੀ ਦਾ ਜਿਹੜਾ ਫੋਨ ਨੰਬਰ ਹੈ ਉਸ ਦਾ ਜਿਹੜਾ ਹੈ ਕਾਲ ਰਿਕਾਰਡ ਤੁਸੀਂ ਜਿਹੜਾ ਹੈ ਸੰਭਾਲ ਸਕੋ। ਕੋਰਟ ਨੂੰ ਦਰਖਾਸਤ ਦਿਓ ਕਿ ਨੋਡਲ ਅਫੀਸਰ ਨੂੰ ਇਹ ਹਦਾਇਤ ਦਿੱਤੀ ਜਾਵੇ ਕਿ ਇਸ ਨੰਬਰ ਦਾ ਇਸ ਪੀਰੀਅਡ ਤੋਂ ਲੈ ਕੇ ਇਸ ਪੀਰੀਅਡ ਤੱਕ ਦਾ ਜਿਹੜਾ ਹੈ ਉਹ ਕਾਲ ਰਿਕਾਰਡ ਸੰਭਾਲ ਸਕਣ, ਤਾਂ ਜੋ ਤੁਹਾਨੂੰ ਇਹ ਪਤਾ ਲੱਗ ਸਕੇ ਵੀ ਪਤਨੀ ਦਾ ਕਿਸੇ ਹੋਰ ਨਾਲ ਤਾਂ ਨਹੀਂ ਸੰਬੰਧ ਸੀ ਜਾਂ ਉਹ ਇਸ ਵੇਲੇ ਕਿਸ ਨਾਲ ਕਿਵੇਂ ਦੀਆਂ ਗੱਲਾਂ ਕਰਦੇ ਹਨ। ਉਹਨਾਂ ਫੋਨ ਨੰਬਰਾਂ ਦੀ ਸਾਰੀ ਰਿਕਾਰਡ ਮੰਗੋ ਤਾਂ ਜੋ ਤੁਸੀਂ ਕੋਰਟ ਦੇ ਵਿੱਚ ਸਾਬਤ ਕਰ ਸਕੋ ਕਿ ਪਤਨੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ ਤੇ ਇਸ ਕਰਕੇ ਜਿਹੜੀ ਹੈ ਉਹ ਤੁਹਾਡੇ ਲਈ ਇੱਕ ਸਬੂਤ ਇਕੱਠਾ ਕਰਨ ਦਾ ਬਹੁਤ ਵਧੀਆ ਮੌਕਾ ਮਿਲ ਜਾਏਗਾ। ਇਸੇ ਤਰ੍ਹਾਂ ਜਦੋਂ ਕੋਰਟ ਦੇ ਵਿੱਚ ਬਿਆਨਬਾਜ਼ੀ ਹੁੰਦੀ ਹੈ ਤਾਂ ਪਤਨੀ ਆਮ ਤੌਰ 'ਤੇ ਝੂਠ ਬੋਲ ਜਾਂਦੀ ਹੈ। ਉਹ ਜ਼ਿਆਦਾਤਰ ਆਪਣੀ ਇਨਕਮ ਬਾਰੇ ਜਿਹੜਾ ਹੈ ਝੂਠ ਬੋਲਦੇ ਹਨ। ਉਹ ਇਹ ਗੱਲ ਵੀ ਲਿਖਦੇ ਹਨ ਵੀ ਉਸ ਦਾ ਆਮਦਨ ਦਾ ਸਾਧਨ ਕੋਈ ਨਹੀਂ ਹੈ। ਅਗਰ ਉਹਦਾ ਕੋਈ ਆਮਦਨ ਦਾ ਸਾਧਨ ਹੈ ਔਰ ਤੁਹਾਡੇ ਕੋਲ ਉਸ ਦਾ ਸਬੂਤ ਹੈ ਔਰ ਪਤਨੀ ਦਾ ਕੋਈ ਤੁਸੀਂ ਝੂਠ ਬੋਲ ਲਿਆ ਤਾਂ ਜਿਹੜੀ ਹੈ ਕੋਰਟ ਦੇ ਵਿੱਚ ਝੂਠ ਬੋਲਣਾ ਇੱਕ ਗੁਨਾਹ ਮੰਨਿਆ ਜਾਂਦਾ ਹੈ, ਇੱਕ ਜੁਰਮ ਮੰਨਿਆ ਜਾਂਦਾ ਹੈ। ਉਹ ਜਿਹੜਾ ਝੂਠ ਹੈ ਉਸ ਝੂਠ ਨੂੰ ਫੜ ਲਓ, ਉਸ ਝੂਠ ਦੇ ਉੱਪਰ ਕਾਰਵਾਈ ਕਰੋ। ਉਹ ਕਾਰਵਾਈ ਕਰਨੀ ਹੈ ਤੁਸੀਂ 340 ਕ੍ਰਿਮੀਨਲ ਪ੍ਰੋਸੀਜਰ ਐਕਟ ਦੇ ਤਹਿਤ ਜਿਹੜੀ ਹੈ ਤੁਸੀਂ ਕੋਰਟ ਦੇ ਵਿੱਚ ਦਰਖਾਸਤ ਦੇ ਸਕਦੇ ਹੋ ਕਿ ਪਤਨੀ ਨੇ ਇਸ ਗੱਲ ਬਾਰੇ ਝੂਠ ਬੋਲਿਆ ਹੈ ਤੇ ਇਸ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਵੇ। ਅਗਰ ਪਤਨੀ ਦੇ ਖਿਲਾਫ ਝੂਠ ਬੋਲਣ ਦਾ ਇਹ ਸਬੂਤ ਹੈ ਤਾਂ ਉਹ ਕੋਰਟ ਦੀ ਵੀ ਤੋਹੀਨ ਮੰਨੀ ਜਾਂਦੀ ਹੈ। ਇਸ ਕਰਕੇ ਕੋਰਟ ਜਿਹੜੀ ਹੈ ਸੈਕਸ਼ਨ 340 ਕ੍ਰਿਮੀਨਲ ਪ੍ਰੋਸੀਜਰ ਐਕਟ ਦੇ ਤਹਿਤ ਉਸਦੀ ਤੁਹਾਡੀ ਪਤਨੀ ਦੇ ਖਿਲਾਫ ਜ਼ਰੂਰ ਕਾਰਵਾਈ ਕਰੇਗੀ। ਇਸ ਤਰ੍ਹਾਂ ਜੇਕਰ ਤੁਹਾਡੀ ਪਤਨੀ ਅਡਲਟਰੀ ਦੇ ਵਿੱਚ ਰਹਿੰਦੀ ਹੈ, ਹੁਣ ਜਿਹੜੀ ਹੈ ਅਡਲਟਰੀ ਜਿਹੜੀ ਹੈ ਉਹ ਸੁਪਰੀਮ ਕੋਰਟ ਨੇ ਖਤਮ ਕਰ ਦਿੱਤੀ। ਨਾਲ ਇਹ ਵੀ ਕਹਿ ਦਿੱਤਾ ਕਿ ਪਤਨੀ ਜਿਹੜੀ ਹੈ ਤੁਹਾਡੀ ਗੁਲਾਮ ਨਹੀਂ ਹੈ, ਉਹ ਜਿਸ ਤਰ੍ਹਾਂ ਚਾਹੇ ਰਹਿ ਸਕਦੀ ਹੈ। ਭਾਵੇਂ ਤੁਸੀਂ ਫੌਜਦਾਰੀ ਕੇਸ ਅਡਲਟਰੀ ਦਾ ਨਹੀਂ ਕਰ ਸਕਦੇ, ਫਿਰ ਵੀ ਕੋਸ਼ਿਸ਼ ਕਰੋ ਕਿ ਉਸ ਦੇ ਖਿਲਾਫ ਜਿਹੜਾ ਹੈ ਕੰਪਨਸੇਸ਼ਨ ਦਾ ਦੀਵਾਨੀ ਦਾਵਾ ਕਰੋ। ਦੀਵਾਨੀ ਦਾਅਵੇ ਦੇ ਵਿੱਚ ਤੁਸੀਂ ਉਹਦੇ ਵਿੱਚੋਂ ਮੁਆਵਜ਼ਾ ਮੰਗੋ। ਉਹਦੇ ਵਿੱਚ ਪਾਰਟੀ ਕਿਸ ਨੂੰ ਬਣਾਉਣਾ ਹੈ? ਪਤਨੀ ਨੂੰ ਪਾਰਟੀ ਬਣਾਓ, ਉਹਦੇ ਬॉयਫ੍ਰੈਂਡ ਨੂੰ ਨਾਲ ਪਾਰਟੀ ਬਣਾਓ ਜਿਸ ਨਾਲ ਉਹ ਰਹਿ ਰਹੀ ਹੈ। ਜਦੋਂ ਤੁਸੀਂ ਕੰਪਨਸੇਸ਼ਨ ਦਾ ਡਿਮਾਂਡ ਕਰੋਗੇ ਤਾਂ ਪਤਨੀ ਆਪਣੇ ਆਪ ਤੁਹਾਡੇ ਤੇ ਕੰਪਰੋਮਾਈਜ਼ ਟੇਬਲ ਤੇ ਆ ਜਾਏਗੀ। ਉਸ ਕੰਪਨਸੇਸ਼ਨ ਤੁਸੀਂ ਮੰਗ ਸਕਦੇ ਹੋ। ਕਾਨੂੰਨ ਦੇ ਤਹਿਤ ਜਿਹੜਾ ਵਿਆਹ ਹੈ ਇਹ ਇੱਕ ਕੰਟਰੈਕਟ ਮੰਨਿਆ ਜਾਂਦਾ ਹੈ। ਅਗਰ ਪਤਨੀ ਉਸ ਕੰਟਰੈਕਟ ਨੂੰ ਨਹੀਂ ਨਿਭਾਉਂਦੀ ਔਰ ਉਸ ਨੂੰ ਤੋੜਦੀ ਹੈ, ਉਸ ਨੂੰ ਬ੍ਰੀਚ ਕਰਦੀ ਹੈ, ਜਿਸ ਨੂੰ ਕਹਿੰਦੇ ਨੇ ਬ੍ਰੀਚ ਆਫ ਦੀ ਕੰਟਰੈਕਟ, ਉਹਦੇ ਕਈ ਕੌਨਸਿਸ ਹੋ ਸਕਦੇ ਨੇ। ਜਿਹੜਾ ਸੁੱਖ ਤੁਹਾਨੂੰ ਉਹਦੇ ਨਾਲ ਰਹਿਣ ਦਾ ਮਿਲਣਾ ਸੀਗਾ ਉਹ ਤੁਹਾਡਾ ਸੁੱਖ ਖਤਮ ਹੋ ਗਿਆ। ਸਮਾਜ ਦੇ ਵਿੱਚ ਜਿਹੜਾ ਕਿਸੇ ਹੋਰ ਨਾਲ ਰਹਿ ਰਹੀ ਹੈ, ਤੁਹਾਡੀ ਬਦਨਾਮੀ ਹੋਈ ਹੈ, ਉਹਦੇ ਕਰਕੇ ਤੁਸੀਂ ਜਿਹੜਾ ਹੈ ਕੰਪਨਸੇਸ਼ਨ ਮੰਗ ਸਕਦੇ ਹੋ। ਇਸ ਕਰਕੇ ਅਗਰ ਮੌਕਾ ਮਿਲਦਾ ਹੈ, ਅਗਰ ਤੁਹਾਡੀ ਪਤਨੀ ਅਡਲਟਰੀ ਵਿੱਚ ਰਹਿੰਦੀ ਹੈ ਔਰ ਤੁਹਾਨੂੰ ਉਸਦੇ ਬॉयਫ੍ਰੈਂਡ ਦਾ ਪਤਾ ਹੈ ਤਾਂ ਦੋਨਾਂ ਤੇ ਕੰਪਨਸੇਸ਼ਨ ਦਾ ਕੇਸ ਜ਼ਰੂਰ ਕਰਿਓ। ਇਹ ਮੌਕਾ ਕਦੇ ਨਾ ਖੁੰਝਿਓ। ਆਮ ਤੌਰ ਤੇ ਜਿਹੜਾ ਹੈ ਪਤੀਆਂ ਵੱਲੋਂ ਕਾਰਵਾਈ ਬਹੁਤ ਘੱਟ ਕੀਤੀ ਜਾਂਦੀ ਹੈ। ਉਹ ਸਿਰਫ ਇਹ ਸੋਚਦੇ ਹਨ ਵੀ ਇਹ ਨਿਬੜ ਜਾਵੇ ਤਾਂ ਜਿਹੜਾ ਹੈ ਕੰਮ ਸੌਖਾ ਹੋ ਜਾਏਗਾ, ਲੇਕਿਨ ਕਾਰਵਾਈ ਜ਼ਰੂਰ ਕਰੋ। ਇਸ ਤਰ੍ਹਾਂ ਜਿਹੜੀ ਲਿਟੀਗੇਸ਼ਨ ਸਟਾਰਟ ਹੋ ਜਾਂਦੀ ਹੈ ਪਤੀ ਪਤਨੀ ਦੇ ਵਿੱਚ, ਅਗਰ ਪਤੀ ਕੋਈ ਲਿਟੀਗੇਸ਼ਨ ਜਿੱਤ ਜਾਂਦਾ ਹੈ ਤਾਂ ਕੋਈ ਵੀ ਜਿਹੜਾ ਜਿੱਤਦਾ ਹੈ ਉਹ ਦੂਸਰੀ ਪਾਰਟੀ ਦੇ ਖਿਲਾਫ ਜਿਹੜਾ ਹੈ ਕੰਪਨਸੇਸ਼ਨ ਦਾ ਕੇਸ ਕਰ ਸਕਦਾ ਹੈ, ਜਿਹੜੇ ਉਸ ਨੂੰ ਡੈਮੇਜਿਸ ਹੋਏ ਨੇ ਕੇਸ ਨੂੰ ਲੜਨ ਵਾਸਤੇ। ਵਕੀਲ ਕੀਤਾ, ਰੋਜ਼ ਪੇਸ਼ੀਆਂ ਤੇ ਆਉਣਾ, ਜਦੋਂ ਵੀ ਪੇਸ਼ੀ ਤੇ ਆਉਂਦੇ ਹੋ ਪਿੱਛੇ ਕੰਮ ਦਾ ਜੋ ਨੁਕਸਾਨ ਹੋਣਾ ਹੈ, ਤਾਂ ਇਹਨਾਂ ਦਾ ਵਿੱਚ ਤੁਸੀਂ ਜਿਹੜਾ ਹੈ ਆਪਣੀ ਪਤਨੀ ਤੋਂ ਜਿਹੜਾ ਹੈ ਕੰਪਨਸੇਸ਼ਨ ਕਲੇਮ ਕਰ ਸਕਦੇ ਹੋ, ਜੇਕਰ ਤੁਸੀਂ ਕੇਸ ਜਿੱਤ ਜਾਂਦੇ ਹੋ ਤਾਂ। ਅਦਰਵਾਈਜ਼ ਤੁਸੀਂ ਕੇਸ ਨਹੀਂ ਕਰ ਸਕਦੇ।